किसान जथेबंदी ने ऐलान किया है कि जो साडे प्रोग्राम ने वो उस तरह जारी रहणगे ते जिहड़ा ट्रैक्टर मार्च आ वो भी कढ़िया जावेगा। 26 नवंबर ਨੂੰ ਇਸ ਦਾ 1 ਸਾਲ ਪੂਰਾ ਹੋਣਾ ਹੈ। परसों ਨੂੰ ਤਾਂ ਕਾਫੀ ਗਿਣਤੀ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕਰਕੇ ਉੱਥੇ ਪਹੁੰਚ ਰਹੇ ਨੇ। ਵੱਖ-ਵੱਖ ਥਾਵਾਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ। ਰਾਕੇਸ਼ ਟਕੈਤ ਹੋਰਾਂ ਨੇ ਕਹਿਤਾ ਕਿ 60 ਦੇ ਕਰੀਬ ਟਰੈਕਟਰ 29 ਨੂੰ ਸੰਸਦ ਵੱਲ ਮਾਰਚ ਕਰਨਗੇ। ਇਹ ਕਿਸਾਨ ਜਥੇਬੰਦੀਆਂ ਦਾ ਆਪਣਾ ਫੈਸਲਾ। MSP ਦੀ ਕਾਨੂੰਨਨ ਗਰੰਟੀ ਵੀ ਦਿੱਤੀ ਜਾਵੇ। ਜਿਹੜਾ ਬਿਜਲੀ ਐਕਟ ਸੋਧ ਬਿੱਲ ਹੈ 2020 ਉਹਨੂੰ ਵੀ ਰੱਦ ਕੀਤਾ ਜਾਵੇ। ਇਹ ਤਾਂ ਹੁਣ ਸਮਾਂ ਦੱਸੇਗਾ ਕਿ ਉਹ ਇਸ ਪਾਸੇ ਵੱਲ ਕੋਈ ਜਾਂਦਾ ਜਾਂ ਨਹੀਂ ਜਾਂਦਾ। ਕਿਤੇ ਇਹ ਨਾ ਹੋਵੇ ਸਰਹੱਦਾਂ ਤੇ ਟਕਰਾਅ ਦਿਖਾ ਕੇ ਕਿਸਾਨਾਂ ਨੂੰ ਮੁੜ ਬਦਨਾਮ ਨਾ ਕੇਂਦਰ ਦੀ ਸਰਕਾਰ ਕਰ ਦੇਵੇ ਕਿ ਦੇਖੋ ਜੀ ਅਸੀਂ ਤਾਂ ਉਹ ਰੱਦ ਕਰਨ ਲੱਗੇ ਹਾਂ, ਇਹ ਫੇਰ ਨਹੀਂ ਮੰਨਦੇ। ਸੋ ਕਿਸਾਨ ਇਹਦੇ ਬਾਰੇ ਆਪਣਾ ਵਿਚਾਰ ਇੱਕ ਵਾਰ ਫਿਰ ਵੀ ਸੋਚ ਸਕਦੇ ਆ। ਇਹ ਤਾਂ ਉਹਨਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਣਾ ਕਿ ਉਹਨਾਂ ਨੇ ਸੋਚਣਾ ਜਾਂ ਉਹਨਾਂ ਨੇ ਜੋ ਐਲਾਨ ਕਰਤਾ ਇਹਦੇ ਤੇ ਉਹ ਪਹਿਰਾ ਦੇਣ। ਚੰਨੀ ਸਾਹਿਬ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਏ। ਉਹਨਾਂ ਦਾ ਇੱਥੇ ਵਿਰੋਧ ਵੀ ਹੋਇਆ। ਕੁਝ ਜਥੇਬੰਦੀਆਂ ਨੇ ਵਿਰੋਧ ਕੀਤਾ ਗਾ ਵੱਡੀ ਪੱਧਰ ਦੇ ਉੱਤੇ। ਇੱਥੋਂ ਤੱਕ ਕਿ ਇੱਕ ਵਿਧਾਇਕ ਵਾਈਸ ਚਾਂਸਲਰ ਨੂੰ ਲੈ ਕੇ ਵੀ ਆਮਨੋ ਸਾਹਮਣੇ ਹੋ ਗਏ ਕਿ ਮੈਂ ਤੁਹਾਡੇ ਨਾਲ ਸਟੇਜ ਤੇ ਬਹਿ ਸਕਦਾ। नवजोत सिंह सिद्धू की तो उन्होंने दिल्ली के मुख्य मंत्री अरविंद केजरीवाल को निशाने ते लिया। उन्होंने कहना है कि जुगाड़ वाले काम जिहड़े वो बाहला चिर नहीं चलते। उन्होंने कहा कि जिहड़ी जुगाड़ की नीति है भी जदों भी आउंदा ऐलान करने वास्ते आ जाता, अमली जामा किसी चीज़ नूं पहनाया नहीं जाता। उन्होंने आख्या कि हुण जुगाड़ की नीति का समा नहीं, कुछ करके दिखाउण दा समा है। उन्होंने जिहड़ी उन्हां दे ऐलाननामे ने कारगुजारियां दिखा रहा है अरविंद केजरीवाल, ਉਹਦੇ ਉੱਤੇ ਕਾਫੀ ਸਵਾਲ ਨਵਜੋਤ ਸਿੰਘ ਸਿੱਧੂ ਨੇ ਚੱਕੇ। कैप्टन अमरिंदर सिंह ਦੀ ਤਾਂ ਉਹਨਾਂ ਉੱਪਰ ਲਗਾਤਾਰ ਇਲਜ਼ਾਮ ਲੱਗ ਰਹੇ ਸਨ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਰਲੇ ਹੋਏ ਨੇ, ਜਿਸ ਦਾ ਜਵਾਬ ਦਿੰਦੇ ਉਹਨਾਂ ਨੇ ਕਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹ ਰਲੇ ਹੋਏ ਨੇ। ਇਲਜ਼ਾਮ ਕੈਪਟਨ ਸਾਹਿਬ ਬਹੁਤ ਦੇਰ ਨਾਲ ਲਾਉਣ ਲੱਗੇ ਨੇ ਜੀ। ਹੋਣਗੇ। ਕੈਪਟਨ ਅਮਰਿੰਦਰ ਸਿੰਘ 4.5 ਸਾਲ ਮੁੱਖ ਮੰਤਰੀ ਰਹੇ ਨੇ। ਜੀ। ਉਹਨਾਂ ਦਾ ਕਾਂਗਰਸ ਨਾਲ ਲੈਣ ਦੇਣ ਨਹੀਂ, ਭਾਰਤੀ ਜਨਤਾ ਪਾਰਟੀ ਦੇ ਘਦਾੜੇ ਚੜ ਗਏ ਨੇ ਉਹ। ਇਹ ਜਿਹੜੀਆਂ ਗੱਲਾਂ ਸੀ ਕੈਪਟਨ ਸਾਹਿਬ ਨੇ ਦੇਰ ਨਾਲ ਕੀਤੀਆਂ, ਪਹਿਲਾਂ ਕਰਨੀਆਂ ਚਾਹੀਦੀਆਂ ਸੀ ਤੇ ਇਹਦਾ ਸਪਸ਼ਟੀਕਰਨ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੇਣਾ ਚਾਹੀਦਾ। ਲੋਕਾਂ ਦੇ ਵਿੱਚ ਚਰਚਾ ਚੱਲਦੀ ਹੈ ਕਿ ਹਮਾਮ ਦੇ ਵਿੱਚ ਸਾਰੇ ਨੰਗੇ ਨੇ, ਇਹ ਕੋਈ ਇੱਕ ਦੂਜੇ ਤੋਂ ਘੱਟ ਨਹੀਂ, ਕੋਈ ਨਹੀਂ ਕਰਦਾ ਹੈਗਾ। ਸੋ ਉਹ ਅਗਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਇਹ ਹੁਣ ਸਮਾਂ ਦੱਸੇਗਾ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ ਤੇ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆ ਉਹਨਾਂ ਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਜੀ। ਜੇਕਰ ਗੱਲ ਕੀਤੀ ਜਾਵੇ 3 ਖੇਤੀ ਕਾਨੂੰਨਾਂ ਦੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਖੇਤੀ ਕਾਨੂੰਨ ਜਾਰੀ ਕੀਤੇ ਗਏ ਸਨ, ਜਿਸ ਦਾ ਕਿਸਾਨਾਂ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ ਸੀਗਾ। ਤਕਰੀਬਨ 1 ਸਾਲ ਕਿਸਾਨਾਂ ਨੇ ਆਪਣਾ ਅੰਦੋਲਨ ਜਾਰੀ ਰੱਖਿਆ, ਜੋ ਕਿ ਹੁਣ ਵੀ ਜਾਰੀ ਹੈ। ਪਰ ਜਿਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀਗਾ, ਜਿਸ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ ਕਾਨੂੰਨ ਰੱਦ ਕਰਨ ਦੇ ਲਈ ਜਿਹੜੀ ਆ ਉਹ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਜੀ। ਇਹਦੇ ਬਾਰੇ ਕੀ ਕਹਿਣਾ? ਦੇਖੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਜੂਨ 2020 ਜਦੋਂ ਕਰੋਨਾ ਮਹਾਮਾਰੀ ਦਾ ਬਹੁਤ ਵੱਡਾ ਪ੍ਰਭਾਵ ਸਮੁੱਚੇ ਵਿਸ਼ਵ ਦੇ ਵਿੱਚ ਜਾ ਰਿਹਾ ਸੀ, ਅਜਿਹੇ ਮੌਕੇ ਇਹ 3 ਕਾਨੂੰਨ ਬਣਾਏ ਜੀ। ਇਹ 3 ਕਾਨੂੰਨਾਂ ਦਾ ਆਰਡੀਨੈਂਸ ਪਾਸ ਹੋਇਆ। ਆਰਡੀਨੈਂਸ ਪਾਸ ਹੋਣ ਤੋਂ ਬਾਅਦ ਉਹਨਾਂ ਨੇ ਸਤੰਬਰ 2020 ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ। ਉਸ ਵੇਲੇ ਤੋਂ ਕਹਿੰਦੇ ਸੀ ਵੀ ਇਹ ਕਾਨੂੰਨ ਤਾਂ ਮੈਂ ਬੜੇ ਵਧੀਆ ਨੇ ਤੇ ਲੋਕਾਂ ਦੇ ਹਿੱਤ ਲਈ ਬਣਾਏ ਗਏ ਨੇ। ਕਿਸਾਨ ਜਥੇਬੰਦੀਆਂ ਨੇ ਇਹਦਾ ਵਿਰੋਧ ਸ਼ੁਰੂ ਕਰ ਦਿੱਤਾ, ਮੋਰਚਾ ਸ਼ੁਰੂ ਹੋਇਆ। ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਕਿਸਾਨਾਂ ਨੇ ਐਲਾਨ ਕੀਤਾ ਕਿ 26 ਤੇ 27 ਜਨਵਰੀ ਨੂੰ ਉਹ ਦਿੱਲੀ ਦੇ ਜੰਤਰ ਮੰਤਰ ਤੇ ਜਾਣਗੇ ਤੇ 2 ਦਿਨ ਆਪਣਾ ਮਾਰਚ ਕਰਕੇ ਵਾਪਸ ਆ ਜਾਣਗੇ। 25 ਨਵੰਬਰ ਨੂੰ ਜਦੋਂ ਹਰਿਆਣੇ ਸ਼ੰਭੂ ਤੋਂ ਅੱਗੇ ਅੰਬਾਲੇ ਵਾਲੇ ਪਾਸਿਓਂ ਤੇ ਹੋਰਨਾਂ ਪਾਸਿਆਂ ਤੋਂ ਕਿਸਾਨ ਦਿੱਲੀ ਵੱਲ ਕੂਚ ਕਰਨ ਲੱਗੇ ਤਾਂ ਅਜਿਹੇ ਮੌਕੇ ਤੇ ਉਹਨਾਂ ਨੂੰ
ਹਰਿਆਣਾ ਦੀ ਪੁਲਿਸ ਨੇ ਰੋਕਿਆ, ਜੀ ਰੋਕਾਂ ਲਾਈਆਂ, ਪਰ ਇਹਦੇ ਬਾਵਜੂਦ ਸਾਰੀਆਂ ਰੋਕਾਂ ਤੋੜ ਕੇ ਉਹ ਦਿੱਲੀ ਦੀਆਂ ਹੱਦਾਂ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ। ਜੀ ਉਹ ਅੱਗੇ ਨਾ ਚਲੇ ਜਾਣ। ਦਿੱਲੀ ਦੀ ਸਰਕਾਰ ਨੇ, ਦਿੱਲੀ ਦੀ ਪੁਲਿਸ ਨੇ, ਸਰਕਾਰ ਨੇ ਨਹੀਂ ਮਾਫ ਕਰਨਾ, ਪੁਲਿਸ ਨੇ ਜੀ ਉਹਨਾਂ ਨੂੰ ਉੱਥੇ ਰੋਕ ਦਿੱਤਾ। ਵੱਡੀਆਂ ਨੁਕੀਲੀਆਂ ਨੋਕਾਂ ਵਾਲੀਆਂ ਵੱਡੀਆਂ ਵੱਡੀਆਂ ਮੇਖਾਂ, ਕਿੱਲ, ਪੱਥਰ, ਟੋਏ ਵਗੈਰਾ ਪੁੱਟ ਦਿੱਤੇ। ਉੱਥੋਂ ਤੱਕ 26 ਜਨਵਰੀ ਨੂੰ ਕਿਸਾਨਾਂ ਨੇ ਕਿਹਾ ਸੀ ਟਰੈਕਟਰ ਮਾਰਚ ਕੱਢਣਾ ਹੈ। ਇੱਕ ਯੋਜਨਾਬੱਧ ਤਰੀਕੇ ਦੇ ਨਾਲ ਉਹਨਾਂ 'ਚ ਢਾਹ ਲਾਉਣ ਵਾਸਤੇ ਉਹਨਾਂ ਨੂੰ ਲਾਲ ਕਿਲ੍ਹੇ ਵੱਲ ਤੋਰ ਕੇ ਸੈਂਕੜੇ ਕਿਸਾਨਾਂ 'ਤੇ ਪਰਚੇ ਦਰਜ ਕਰ ਦਿੱਤੇ। ਜੀ ਜਿਹੜੇ ਲਾਲ ਕਿਲ੍ਹੇ ਦੇ ਵਿੱਚ ਇੱਕ ਵੱਡੀ ਸੁਰੱਖਿਆ ਰਹਿੰਦੀ ਸੀ, ਵੱਡੇ ਸੁਰੱਖਿਆ ਬਲ ਉੱਥੇ ਤਾਇਨਾਤ ਰਹਿੰਦੇ ਸਨ, ਉਹ ਲਾਲ ਕਿਲ੍ਹਾ ਅਜਿਹਾ ਬਣਾ ਦਿੱਤਾ ਗਿਆ ਕਿ ਉਹਨੂੰ ਖੋਲ੍ਹਿਆ ਗਿਆ। ਉਹਦੇ ਵਿੱਚ ਕੁਝ ਲੋਕ ਸ਼ਾਮਲ ਹੋਏ, ਪਤਾ ਨਹੀਂ ਉਹਨਾਂ ਦਾ ਨਾਲ ਕਿਸਾਨਾਂ ਦਾ ਕੋਈ ਸੰਬੰਧ ਸੀ ਜਾਂ ਨਹੀਂ ਸੀ। ਇਹ ਸਾਰਾ ਕੁਝ ਹੋਇਆ। ਕਈ ਏਜੰਸੀਆਂ ਲੱਗੀਆਂ ਕਿਸਾਨਾਂ ਦੀ ਨਾਲ ਗੱਲਬਾਤ ਨਾ ਹੋਵੇ, ਉਹਨਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਗਿਆ, ਉਹਨਾਂ ਨੂੰ ਰੋਕਿਆ ਗਿਆ, ਉਹਨਾਂ 'ਤੇ ਬਹੁਤ ਕੁਝ ਕੀਤਾ ਗਿਆ। ਇਹਦੇ ਬਾਵਜੂਦ ਕਿਸਾਨਾਂ ਨੇ ਆਪਣਾ ਸ਼ਾਂਤਮਈ ਅੰਦੋਲਨ ਜਾਰੀ ਰੱਖਿਆ। ਹੌਲੀ ਹੌਲੀ ਇਸ ਅੰਦੋਲਨ ਦਾ ਅਸਰ ਪੈਣ ਲੱਗਿਆ। ਪੱਛਮੀ ਬੰਗਾਲ ਦੇ ਵਿੱਚ ਚੋਣਾਂ ਆਈਆਂ ਤਾਂ ਤ੍ਰਿਣਮੂਲ ਕਾਂਗਰਸ, ਜਿਹਦੀ ਅਗਵਾਈ ਮਮਤਾ ਬੈਨਰਜੀ ਕਰਦੇ ਨੇ, ਉਹਨਾਂ ਦੀ ਅਗਵਾਈ ਵਿੱਚ ਇਹ ਜਿਹੜਾ ਕਾਨੂੰਨਾਂ ਸੰਬੰਧੀ ਉਹਨਾਂ ਨੇ ਉੱਥੇ ਵੱਡਾ ਝਟਕਾ ਦਿੱਤਾ ਅਤੇ ਭਾਰਤੀ ਜਨਤਾ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਕਿਉਂਕਿ ਕਿਸਾਨਾਂ ਦਾ ਦਾਅਵਾ ਹੈ ਕਿ ਉਹਨਾਂ ਨੇ ਪੱਛਮੀ ਬੰਗਾਲ ਦੇ ਵਿੱਚ ਉਹਨਾਂ ਦੀ ਭਾਸ਼ਾ ਵਿੱਚ ਚਿੱਠੀ ਲਿਖ ਕੇ ਸਾਰਾ ਕੁਝ ਦਰਸਾਇਆ। ਇਸ ਦੇ ਨਾਲ ਹੀ ਫਿਰ ਹੋਰ ਘਟਨਾਕ੍ਰਮ ਵਾਪਰੇ। ਹਾਲ ਹੀ ਵਿੱਚ 29 ਦੇ ਕਰੀਬ ਵਿਧਾਨ ਸਭਾ ਦੀਆਂ ਚੋਣਾਂ ਤੇ 3 ਲੋਕ ਸਭਾ ਦੀਆਂ ਚੋਣਾਂ ਹੋਈਆਂ। ਇਹਨਾਂ ਚੋਣਾਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ। ਇੱਥੋਂ ਤੱਕ ਕਿ ਜਿੱਥੋਂ ਜਗਤ ਪ੍ਰਕਾਸ਼ ਨੱਡਾ ਭਾਰਤੀ ਜਨਤਾ ਪਾਰਟੀ ਦਾ ਕੌਮੀ ਪ੍ਰਧਾਨ ਹੈ, ਆ ਨਾਲ ਲੱਗਦੇ ਹਿਮਾਚਲ ਦੇ ਵਿੱਚ, ਉੱਥੋਂ ਦੀਆਂ ਸਾਰੀਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਤੇ ਲੋਕ ਸਭਾ ਦੀ ਚੋਣ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਹਾਰ ਗਈ। ਜੀ ਪੱਛਮੀ ਬੰਗਾਲ ਦੇ ਵਿੱਚ ਉਹਨਾਂ ਨੂੰ ਕੁਝ ਨਹੀਂ ਮਿਲਿਆ, ਰਾਜਸਥਾਨ 'ਚ ਨਹੀਂ ਮਿਲਿਆ, ਤਾਂ ਇਸ ਤੋਂ ਬੁਖਲਾਹਟ ਦਾ ਹੋਣਾ ਜ਼ਰੂਰੀ ਸੀ। ਜੀ ਤਾਂ ਫਿਰ 19 ਨਵੰਬਰ ਦਿਨ ਚੁਣਿਆ ਗਿਆ, ਜਦੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ 552ਵਾਂ ਜਨਮ ਪ੍ਰਕਾਸ਼ ਦਿਹਾੜਾ ਸੀ। ਜੀ ਉਹਦੇ ਵਿੱਚ ਆ ਕੇ ਉਹਨਾਂ ਨੇ, ਪ੍ਰਧਾਨ ਮੰਤਰੀ ਸਾਹਿਬ ਆਏ, ਉਸ ਤੋਂ 2 ਦਿਨ ਪਹਿਲਾਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲ੍ਹ ਦਿੱਤਾ ਗਿਆ। ਜੀ ਪ੍ਰਧਾਨ ਮੰਤਰੀ ਸਾਹਿਬ ਆਏ, ਲੋਕਾਂ ਦੇ ਸਨਮੁਖ ਹੋਏ ਟੀਵੀ ਦੇ ਉੱਤੇ, ਤਾਂ ਉਹਨਾਂ ਨੇ ਕਿਹਾ ਕਿ ਜਿਹੜੇ 3 ਕਾਨੂੰਨ ਬਣਾਏ ਸੀ, ਹੋ ਸਕਦਾ ਅਸੀਂ ਕੁਝ ਕਿਸਾਨਾਂ ਨੂੰ ਦੱਸਣ ਵਿੱਚ ਕਾਮਯਾਬ ਨਹੀਂ ਰਹੇ, ਉਹਨਾਂ ਨੂੰ ਕੁਝ ਵੀ ਕਰਨ ਤੋਂ ਪਾਸੇ ਰਹੇ। ਇਹਦੇ ਬਾਵਜੂਦ ਉਹਨਾਂ ਨੇ ਇਹਨਾਂ ਕਾਨੂੰਨਾਂ ਦੇ ਉੱਤੇ ਐਲਾਨ ਕਰਤਾ ਕਿ ਅਸੀਂ ਇਹਨਾਂ ਨੂੰ ਵਾਪਸ ਲੈਣੇ ਹਾਂ। ਜੀ ਇਸ ਪ੍ਰਕਿਰਿਆ ਨੂੰ ਅੱਗੇ ਤੋਰਦਿਆਂ ਅੱਜ ਕੇਂਦਰੀ ਮੰਤਰੀ ਮੰਡਲ ਦੀ ਇੱਕ ਅਹਿਮ ਬੈਠਕ ਸੀ। ਜੀ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਬੈਠਕ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਹੋਈ, ਜਿਹਦੇ ਵਿੱਚ ਇਹਨਾਂ 3 ਖੇਤੀ ਦੇ ਬਿੱਲਾਂ ਨੂੰ ਰੱਦ ਕਰਨ ਵਾਲਾ ਜਿਹੜਾ ਪ੍ਰਸਤਾਵ ਸੀ ਉਹ ਅੱਜ ਪਾਸ ਕਰ ਦਿੱਤਾ ਗਿਆ। ਮੰਤਰੀ ਮੰਡਲ ਨੇ ਉਹਦੇ ਤੇ ਮੋਹਰ ਲਾਤੀ। ਜੀ ਮੋਹਰ ਲਾਉਣ ਤੋਂ ਬਾਅਦ ਹੁਣ ਇਹ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜਾਵੇਗਾ, ਜਿੱਥੇ ਇਹਦੇ ਤੇ ਜਦੋਂ ਹਾਕਮ ਧਿਰ ਰਾਜੀ ਹੋਊਗੀ, ਜਿਹੜੇ ਵਿਰੋਧੀ ਧਿਰ ਵਾਲੇ ਸੀ ਉਹ ਤਾਂ ਪਹਿਲਾਂ ਹੀ ਇਹਨਾਂ ਦੀ ਹਮਾਇਤ ਕਰਦੇ ਸੀ। ਜੀ ਇਸ ਕਰਕੇ ਇਹ ਰਾਹ ਪੱਧਰਾ ਹੋ ਜਾਵੇਗਾ। ਜੀ ਸੋ ਅਗਲੇ ਦਿਨਾਂ ਦੇ ਵਿੱਚ ਜਿਹੜਾ ਇਹ ਕਾਨੂੰਨ ਨੇ ਉਹ ਰੱਦ ਹੋ ਜਾਣਗੇ। ਜੀ ਸੋ ਇਹਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਕਿਸਾਨਾਂ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਉੱਥੇ ਡਟੀਆਂ ਬੈਠੀਆਂ ਨੇ, ਬਹੁਤ ਸਾਰੀਆਂ ਰਾਜ ਸਰਕਾਰਾਂ ਨੇ ਇਹਨਾਂ ਦੇ ਖਿਲਾਫ ਵੀ ਮਤੇ ਪਾਏ ਨੇ, ਖਾਸ ਕਰ ਜਿਹੜੀਆਂ ਗੈਰ ਭਾਜਪਾ ਸਰਕਾਰਾਂ ਨੇ, ਜੀ ਉਹਨਾਂ ਨੇ ਇਹਨਾਂ ਦੇ ਵਿਰੋਧ ਦੇ ਵਿੱਚ ਮਤੇ ਪਾਏ। ਹੁਣ ਦੇਖਣਾ ਕਿ ਅਗਲਾ ਸਟੈਪ ਕੀ ਹੁੰਦਾ। ਜੀ
ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਕਿਸਾਨ ਜਥੇਬੰਦੀਆਂ ਦੀ, ਤਾਂ ਕਿਸਾਨ ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਜੋ ਸਾਡੇ ਪ੍ਰੋਗਰਾਮ ਨੇ ਉਹ ਉਸੇ ਤਰ੍ਹਾਂ ਜਾਰੀ ਰਹਿਣਗੇ ਤੇ ਜਿਹੜਾ ਟਰੈਕਟਰ ਮਾਰਚ ਆ ਉਹ ਵੀ ਕੱਢਿਆ ਜਾਵੇਗਾ ਜੀ। ਕਿਸਾਨ ਜਥੇਬੰਦੀਆਂ ਨੇ ਇਹ ਐਲਾਨ ਤਾਂ ਪਹਿਲਾਂ ਹੀ ਕਰਤਾ ਸੀ ਪੰਜਾਬ ਵਾਲੇ ਸੰਯੁਕਤ ਕਿਸਾਨ ਮੋਰਚੇ ਨੇ ਜੀ ਕਿ ਅਸੀਂ ਜਿਹੜੇ ਪਹਿਲਾਂ ਪ੍ਰੋਗਰਾਮ ਦਿੱਤੇ ਨੇ ਉਹ ਪ੍ਰੋਗਰਾਮ ਜਾਰੀ ਰਹਿਣਗੇ, ਜਿਹਦੇ ਤਹਿਤ ਰਕੇਸ਼ ਟਕੈਤ ਹੋਰੀ ਮਹਾ ਪੰਚਾਇਤ ਵੀ ਕਰਿਆ ਏ ਉੱਥੇ ਲਖਨਊ ਦੇ ਵਿੱਚ। ਜੀ 26 ਨਵੰਬਰ ਨੂੰ ਇਸ ਦਾ 1 ਸਾਲ ਪੂਰਾ ਹੋਣਾ ਹੈ, ਪਰਸੋਂ ਨੂੰ। ਜੀ। ਤਾਂ ਕਾਫੀ ਗਿਣਤੀ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕਰਕੇ ਉੱਥੇ ਪਹੁੰਚ ਰਹੇ ਨੇ। ਵੱਖ-ਵੱਖ ਥਾਵਾਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ। ਜੀ ਇਸ ਤੋਂ ਜਿਹੜਾ ਇਲਾਵਾ ਸੰਯੁਕਤ ਕਿਸਾਨ ਮੋਰਚਾ ਹੈ ਉਹਨਾਂ ਨੇ ਇਹ ਗੱਲ ਕਹੀ ਸੀ 29 ਦੇ ਪ੍ਰੋਗਰਾਮ ਵਾਸਤੇ ਵੀ ਅਸੀਂ 27 ਨਵੰਬਰ ਨੂੰ ਇੱਕ ਮੀਟਿੰਗ ਕਰਾਂਗੇ, ਉਹਦੇ ਵਿੱਚ ਫੈਸਲਾ ਕਰਾਂਗੇ। ਪਰ ਰਕੇਸ਼ ਟਕੈਤ ਹੋਰਾਂ ਨੇ ਕਹਿਤਾ ਜੀ ਕਿ 60 ਦੇ ਕਰੀਬ ਟਰੈਕਟਰ 29 ਨੂੰ ਸੰਸਦ ਵੱਲ ਮਾਰਚ ਕਰਨਗੇ। ਇਹ ਕਿਸਾਨ ਜਥੇਬੰਦੀਆਂ ਦਾ ਆਪਣਾ ਫੈਸਲਾ, ਕਿਉਂਕਿ ਉਹ ਕਹਿੰਦੇ ਨੇ ਕਿ ਜਿਹੜੀ MSP ਦੀ ਕਾਨੂੰਨ ਗਾਰੰਟੀ ਵੀ ਦਿੱਤੀ ਜਾਵੇ। ਜਿਹੜਾ ਬਿਜਲੀ ਐਕਟ ਸੋਧ ਬਿੱਲ ਹੈ 2020 ਉਹਨੂੰ ਵੀ ਰੱਦ ਕੀਤਾ ਜਾਵੇ। ਇਹ ਤਾਂ ਹੁਣ ਸਮਾਂ ਦੱਸੇਗਾ ਕਿ ਉਹ ਇਸ ਪਾਸੇ ਵੱਲ ਕੋਈ ਜਾਂਦਾ ਜਾਂ ਨਹੀਂ ਜਾਂਦਾ। ਪਰ ਟਕੈਤ ਸਾਹਿਬ ਨੇ ਕਹਿਤਾ ਕਿ ਅਸੀਂ ਉੱਥੇ ਜਾਵਾਂਗੇ। ਇਹਦਾ ਹੱਕ 'ਚ ਜਾਂਦਾ ਹੈ, ਕੋਈ ਨੁਕਸਾਨ ਹੁੰਦਾ ਹੈ, ਕੁਝ ਨਹੀਂ ਕਹਿ ਸਕਦੇ। ਲੇਕਿਨ ਕਿਸਾਨ ਜਥੇਬੰਦੀਆਂ ਨੂੰ ਆਪਣੇ ਇਹਨਾਂ ਫੈਸਲਿਆਂ ਦੇ ਉੱਤੇ, ਕਿਉਂਕਿ ਲੋਕ ਸਭਾ ਦੇ ਵਿੱਚ ਤਿੰਨੇ ਕਾਨੂੰਨ ਰੱਦ ਹੋਣ ਦਾ ਪ੍ਰਸਤਾਵ ਜਾਣਾ ਹੈ, ਉਹਨਾਂ ਨੇ ਆਪਣਾ ਫੈਸਲਾ ਕਰ ਲਿਆ। ਪਰ ਬਿਹਤਰ ਇਹ ਸੀ ਕਿ ਜੇ 29 ਨਵੰਬਰ ਤੱਕ ਦੇਖ ਲਿਆ ਜਾਂਦਾ, ਉਸ ਤੋਂ ਬਾਅਦ ਕੋਈ ਅਗਲਾ ਫੈਸਲਾ ਕੀਤਾ ਜਾਂਦਾ। ਕਿਸਾਨ ਜਥੇਬੰਦੀਆਂ ਇਹ ਗੱਲ ਕਹਿੰਦੀਆਂ ਨੇ ਕਿ ਜੋ ਪ੍ਰੋਗਰਾਮ ਸਾਡੇ ਉਲੀਕੇ ਵੇਲੇ ਉਦੋਂ ਉਹਨਾਂ ਨੂੰ ਅਸੀਂ ਜਾਰੀ ਰੱਖਾਂਗੇ। ਕਿਤੇ ਇਹ ਨਾ ਹੋਵੇ ਸਰਹੱਦਾਂ 'ਤੇ ਟਕਰਾਅ ਦਿਖਾ ਕੇ ਕਿਸਾਨਾਂ ਨੂੰ ਮੁੜ ਬਦਨਾਮ ਨਾ ਕੇਂਦਰ ਦੀ ਸਰਕਾਰ ਕਰ ਦੇਵੇ ਕਿ ਦੇਖੋ ਜੀ ਅਸੀਂ ਤਾਂ ਉਹ ਰੱਦ ਕਰਨ ਲੱਗੇ ਹਾਂ, ਇਹ ਫੇਰ ਨਹੀਂ ਮੰਨਦੇ। ਸੋ ਕਿਸਾਨ ਇਹਦੇ ਬਾਰੇ ਆਪਣਾ ਵਿਚਾਰ ਇੱਕ ਵਾਰ ਫਿਰ ਵੀ ਸੋਚ ਸਕਦੇ ਆ। ਇਹ ਤਾਂ ਉਹਨਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਣਾ ਕਿ ਉਹਨਾਂ ਨੇ ਸੋਚਣਾ ਜਾਂ ਉਹਨਾਂ ਨੇ ਜੋ ਐਲਾਨ ਕਰਤਾ ਇਹਦੇ ਤੇ ਉਹ ਪਹਿਰਾ ਦੇਣਗੇ। ਜੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦਾ, ਉਹ ਅੱਜ ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਨੇ, ਜਿੱਥੇ ਉਹਨਾਂ ਨੇ ਕਈ ਅਹਿਮ ਐਲਾਨ ਵੀ ਕੀਤੇ ਨੇ। ਜੀ ਦੇਖੋ ਚੰਨੀ ਸਾਹਿਬ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਏ, ਉਹਨਾਂ ਦਾ ਇੱਥੇ ਵਿਰੋਧ ਵੀ ਹੋਇਆ, ਕੁਝ ਜਥੇਬੰਦੀਆਂ ਨੇ ਵਿਰੋਧ ਕੀਤਾ ਗਾ ਵੱਡੀ ਪੱਧਰ ਦੇ ਉੱਤੇ, ਇੱਥੋਂ ਤੱਕ ਕਿ ਇੱਕ ਵਿਧਾਇਕ ਵਾਈਸ ਚਾਂਸਲਰ ਨੂੰ ਲੈ ਕੇ ਵੀ ਆਮਣੋ ਸਾਹਮਣੇ ਹੋ ਗਏ ਕਿ ਮੈਂ ਤੁਹਾਡੇ ਨਾਲ ਨਹੀਂ ਸਟੇਜ ਤੇ ਬਹਿ ਸਕਦਾ, ਕਿਉਂਕਿ ਜਿਹੜਾ ਇਹ ਵਿਅਕਤੀ ਹੈ ਇਹ RSS ਦਾ ਲਾਇਆ, ਅਮਰਿੰਦਰ ਸਿੰਘ ਨੇ ਲਾਇਆ, ਕੈਪਟਨ ਅਮਰਿੰਦਰ ਸਿੰਘ ਨੇ, ਸਾਬਕਾ ਮੁੱਖ ਮੰਤਰੀ ਨੇ। ਜੀ ਇਹ ਤੋਂ ਇਲਾਵਾ ਅੱਜ ਉਹਨਾਂ ਨੇ ਜਿਹੜਾ ਯੂਨੀਵਰਸਿਟੀ ਦੇ ਸਿਰ ਕਾਫੀ ਕਰਜ਼ਾ ਚੜ੍ਹਿਆ ਹੋਇਆ ਸੀ, ਘੱਟੋ ਘੱਟ 150 ਕਰੋੜ ਰੁਪਈਆ, ਉਹਨੂੰ ਵਿੱਤ ਮੰਤਰੀ ਦੀ ਹਾਜ਼ਰੀ ਦੇ ਵਿੱਚ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਟੇਕ ਓਵਰ ਕਰ ਲਵੇਗੀ। ਜੀ ਦੂਜਾ ਜਿਹੜੀ ਗ੍ਰਾਂਟ ਮਿਲਦੀ ਸੀ ਯੂਨੀਵਰਸਿਟੀ ਨੂੰ ਉਹ ਵਧਾ ਕੇ 20 ਕਰੋੜ ਰੁਪਈਆ ਸਾਲਾਨਾ ਕਰਤੀ ਹੈ, ਨਾ ਮਹੀਨਾ 20 ਕਰੋੜ ਮਹੀਨਾ ਦੇ ਕੇ 240 ਕਰੋੜ ਰੁਪਈਆ ਸਰਕਾਰ ਹੁਣ ਪੰਜਾਬੀ ਯੂਨੀਵਰਸਿਟੀ ਨੂੰ ਦੇਵੇਗੀ। ਜੇ ਇਹ ਰਾਸ਼ੀ ਇਹਨਾਂ ਦੇ ਕੋਲ ਆਉਂਦੀ ਹੈ ਤਾਂ ਇੱਕ ਵੱਡੀ ਰਾਹਤ ਵਾਲਾ ਫੈਸਲਾ ਹੈ। ਯੂਨੀਵਰਸਿਟੀ ਨੂੰ ਆਪਣਾ ਕੰਮ ਧੰਦਾ ਚਲਾਉਣ ਵਾਸਤੇ ਸੌਖ ਹੋਊਗੀ। ਪਿਛਲੇ ਦਿਨਾਂ ਦੇ ਵਿੱਚ ਤਨਖਾਹਾਂ ਜਿਉਂਦੀਆਂ ਦਿਓਂ ਦੇਣੀਆਂ ਪਈਆਂ, ਪਰ ਯੂਨੀਵਰਸਿਟੀ ਬੰਦ ਹੋਣ ਕਰਕੇ ਇਹਨਾਂ ਨੂੰ ਫੀਸਾਂ ਦੀ ਆਉਂਦੀ ਰਾਸ਼ੀ ਪ੍ਰਾਪਤ ਨਹੀਂ ਸੀ ਹੋਈ। ਜੀ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ, ਤਾਂ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਤੇ ਲਿਆ। ਉਹਨਾਂ ਦਾ ਕਹਿਣਾ ਹੈ ਕਿ ਜੁਗਾੜ ਵਾਲੇ ਕੰਮ ਜਿਹੜੇ ਉਹ ਬਾਹਲਾ ਚਿਰ ਨਹੀਂ ਚੱਲਦੇ ਹੁੰਦੇ। ਜੀ ਦੇਖੋ ਕੋਈ ਸਮਾਂ ਸੀ ਜਦੋਂ ਨਵਜੋਤ ਸਿੰਘ ਸਿੱਧੂ ਅਰਵਿੰਦ ਕੇਜਰੀਵਾਲ ਨੂੰ ਮਿਲਣ ਵਾਸਤੇ ਪਹੁੰਚੇ ਸਨ। ਜੀ 2017 ਤੋਂ ਪਹਿਲਾਂ। ਜੀ ਉਸ ਵੇਲੇ ਸਿੱਧੂ ਸਾਹਿਬ ਦਾ ਇਹ ਸੀ ਵੀ ਉਹ ਕਾਂਗਰਸ 'ਚ ਵੀ ਜਾ ਸਕਦੇ ਆ, ਆਮ ਆਦਮੀ ਪਾਰਟੀ 'ਚ ਵੀ ਜਾ ਸਕਦੇ ਆ। ਪਰ ਸਮਾਂ ਬਦਲਿਆ, ਸਿੱਧੂ ਸਾਹਿਬ ਨੇ ਕਾਂਗਰਸ ਨੂੰ ਦਾ ਪੱਲਾ ਫੜ ਲਿਆ। ਕਾਂਗਰਸ ਦਾ ਪੱਲਾ ਫੜਨ ਤੋਂ ਬਾਅਦ ਉਹ ਹੁਣ ਅੱਜ ਕੱਲ੍ਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ। ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਕਾਫੀ ਨਿਸ਼ਾਨੇ ਲਾਏ ਜੀ ਕਿ ਉਹ ਅਰਵਿੰਦ ਕੇਜਰੀਵਾਲ ਜਿਹੜਾ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵਿੱਚ ਵੱਡੇ ਨਾਅਰੇ ਲਾਇਆ ਕਰਦਾ ਸੀ ਕਿ ਜੋ ਅੰਨਾ ਹਜ਼ਾਰੇ ਨੇ ਕਿਹਾ ਉਹ ਸਾਰਾ ਕੁਝ ਪੂਰਾ ਹੋ ਗਿਆ। ਜੀ ਉਹਨਾਂ ਨੇ ਕਿਹਾ ਕਿ ਜਿਹੜੀ ਜੁਗਾੜ ਦੀ ਨੀਤੀ ਹੈ ਵੀ ਜਦੋਂ ਵੀ ਆਉਂਦਾ ਐਲਾਨ ਕਰਨ ਵਾਸਤੇ ਆ ਜਾਂਦਾ, ਅਮਲੀ ਜਾਮਾ ਕਿਸੇ ਚੀਜ਼ ਨੂੰ ਪਹਿਨਾਇਆ ਨਹੀਂ ਜਾਂਦਾ। ਸੋ ਉਹਨਾਂ ਨੂੰ ਕਾਫੀ ਆੜੀ ਹੱਥੀ ਲੈਂਦਿਆਂ ਸਾਡੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ, ਉਹਨਾਂ ਨੇ ਆਖਿਆ ਕਿ ਹੁਣ ਜੁਗਾੜ ਦੀ ਨੀਤੀ ਦਾ ਸਮਾਂ ਨਹੀਂ, ਕੁਝ ਕਰਕੇ ਦਿਖਾਉਣ ਦਾ ਸਮਾਂ ਹੈ। ਉਹਨਾਂ ਨੇ ਜਿਹੜੀ ਉਹਨਾਂ ਦੇ ਐਲਾਨਨਾਮੇ ਨੇ ਕਾਰਗੁਜ਼ਾਰੀਆਂ ਦਿਖਾ ਰਿਹਾ ਹੈ ਅਰਵਿੰਦ ਕੇਜਰੀਵਾਲ, ਉਹਦੇ ਉੱਤੇ ਕਾਫੀ ਸਵਾਲ ਨਵਜੋਤ ਸਿੰਘ ਸਿੱਧੂ ਨੇ ਚੱਕੇ ਨੇ। ਜੀ
ਤਿੰਨ ਖੇਤੀ ਕਾਨੂੰਨ ਵਾਪਸ ਹੋਣ ਦੇ ਤੋਂ ਬਾਅਦ ਜਿਹੜਾ ਐਲਾਨ ਕੀਤਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਤਾਂ ਪੰਜਾਬ ਵਿੱਚ ਚਰਚਾ ਇਹ ਚੱਲਣ ਲੱਗ ਗਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਉਹ ਬੀਜੇਪੀ ਨਾਲ ਮੁੜ ਗੱਠਜੋੜ ਕਰ ਸਕਦਾ, ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਪਸ਼ਟੀਕਰਨ ਦਿੱਤਾ ਜੀ। ਪਿਛਲੇ ਦਿਨਾਂ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਆਖਿਆ ਸੀ ਕਿ ਹੁਣ ਤਿੰਨ ਖੇਤੀ ਕਾਨੂੰਨ ਰੱਦ ਹੋ ਚੁੱਕੇ ਨੇ, ਅਸੀਂ ਅਕਾਲੀ ਦਲ ਨਾਲ ਸਮਝੌਤਾ ਵੀ ਕਰ ਸਕਦੇ ਹਾਂ। ਪਰ ਹੁਣ ਅਕਾਲੀ ਦਲ ਨਾਲ ਸਮਝੌਤਾ ਪਹਿਲਾਂ ਸੀਗਾ ਵੱਡੇ ਤੇ ਛੋਟੇ ਭਰਾ ਦਾ, ਭਾਜਪਾ ਛੋਟੀ ਸੀ, ਅਕਾਲੀ ਦਲ ਵੱਡਾ ਸੀ ਜੀ। ਉਹ ਕਹਿੰਦੇ ਸੀ ਕਿ ਹੁਣ ਅਸੀਂ ਵੱਡੇ ਭਰਾ ਦੀ ਭੂਮਿਕਾ ਨਿਭਾਵਾਂਗੇ, ਛੋਟੇ ਭਰਾ ਦੀ ਭੂਮਿਕਾ ਨਿਭਾਏਗਾ ਅਕਾਲੀ ਦਲ। ਉਹ ਸਾਡੇ ਨਾਲ ਛੋਟੇ ਭਰਾ ਦੇ ਤੌਰ ਤੇ ਆ ਸਕਦੇ ਜਦੋਂ ਮਰਜ਼ੀ ਆ ਜਾਣ। ਲੋਕਾਂ ਦੇ ਵਿੱਚ ਇਹ ਚਰਚਾ ਸੀ, ਕੁਝ ਵਿਰੋਧੀ ਪਾਰਟੀਆਂ ਇਹ ਗੱਲ ਕਹਿੰਦੀਆਂ ਸੀ ਕਿ ਇਹ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਤੇ ਅਕਾਲੀ ਦਲ ਹੈ, ਇਹਨਾਂ ਦੀ ਅਜੇ ਵੀ ਸਾਂਝ ਹੈ, ਇਹ ਤਾਂ ਐਵੇਂ ਇੱਕ ਵਿਖਾਵੇਬਾਜ਼ੀ ਦੇ ਵਿੱਚ ਪਾਸੇ ਹੋਏ ਨੇ, ਇਹਨਾਂ ਨੇ ਆਖਰ ਰਲੀ ਜਾਣਾ ਹੈ। ਇਹ ਚਰਚਾ ਅਜੇ ਵੀ ਚੱਲਦੀ ਹੈ ਕਿ ਇਹਨਾਂ ਦਾ ਆਪਸ ਵਿੱਚ ਦੀ ਅੰਦਰ ਖਾਤੇ ਸਾਂਝ ਹੈ ਜੀ। ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਨੂੰ ਐਲਾਨ ਕੀਤਾ, ਇਸ ਗੱਲ ਨੂੰ ਆਖਿਆ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਨਹੀਂ ਜਾਣਗੇ, ਕਿਉਂਕਿ ਉਹਨਾਂ ਦੀ ਹੁਣ ਬਹੁਜਨ ਸਮਾਜ ਪਾਰਟੀ ਦੇ ਨਾਲ ਸਾਂਝ ਹੈ। ਭਾਵੇਂ ਇਹਨਾਂ ਸਿਆਸੀ ਆਗੂਆਂ ਦੀਆਂ ਇਹਨਾਂ ਬਿਆਨਾਂ ਤੇ ਕੋਈ ਭਰੋਸਾ ਨਹੀਂ ਕਰਦਾ। 1996 ਵਿੱਚ ਵੀ ਤਾਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕ ਸਭਾ ਦੀਆਂ 13 ਚੋਂ 11 ਭਾਰਤੀ ਬਹੁਜਨ ਸਮਾਜ ਪਾਰਟੀ ਦੇ ਨਾਲ ਲੋਕ ਸਭਾ ਦੀਆਂ 13 ਚੋਂ 11 ਸੀਟਾਂ ਜਿੱਤ ਗਿਆ ਸੀ ਜੀ। ਤਾਂ 2 ਰਹੀਆਂ ਸੀ ਕਾਂਗਰਸ ਦੇ ਕੋਲ। ਪਰ 1997 ਦੇ ਵਿੱਚ ਉਸੇ ਬਸਪਾ ਨੂੰ ਫੁੱਟਬਾਲ ਵਾਂਗੂ ਠੇਡਾ ਮਾਰ ਕੇ ਇਹ ਬਹੁਜਨ ਸਮਾਜ ਭਾਰਤੀ ਜਨਤਾ ਪਾਰਟੀ ਦੇ ਨਾਲ ਲੜ ਗਏ ਸੀ, ਬਹੁਜਨ ਸਮਾਜ ਪਾਰਟੀ ਨੂੰ ਛੱਡਤਾ ਸੀ ਜੀ। ਅੱਜ ਵੀ ਕੁਝ ਨਹੀਂ ਪਤਾ ਹੈਗਾ। ਹੁਣ ਵੀ ਬਹੁਜਨ ਸਮਾਜ ਪਾਰਟੀ ਦੀਆਂ ਕਦੇ ਕੋਈ ਸੀਟ ਬਦਲ ਦਿੰਦੇ ਨੇ, ਕਦੇ ਕੋਈ ਸੀਟ ਬਦਲ ਦਿੰਦੇ ਨੇ। ਇੱਕ ਜੁਗਾੜ ਜਿਹਾ ਚੱਲਿਆ ਹੋਇਆ ਹੈ, ਕਿਉਂਕਿ ਜਦੋਂ ਸਾਰੇ ਪਾਸਿਓਂ ਅਕਾਲੀ ਦਲ ਨੂੰ ਫਿਟਲਾਂਤ ਮਿਲੀ ਸੀ, ਆਪਣੇ ਵਾਲੇ ਵੀ ਭੱਜ ਗਏ, ਤਾਂ ਉਦੋਂ ਉਹਨਾਂ ਨੇ ਡੁੱਬਦੀ ਨੂੰ ਤਿਨਕੇ ਦਾ ਸਹਾਰਾ ਵੀ ਚਲੋ ਭਾਰਤੀ ਜਨਤਾ ਪਾਰਟੀ ਨਾ ਸਹੀ ਬਹੁਜਨ ਸਮਾਜ ਪਾਰਟੀ ਨਾਲ ਰਲੇਵਾਂ ਕਰ ਲਓ। ਅੱਜ ਉਹਨਾਂ ਨੇ ਇੱਕ ਗੱਲ ਦਾ ਐਲਾਨ ਕੀਤਾ, ਪਿਛਲੇ ਦਿਨਾਂ ਤੋਂ ਕਰਦੇ ਆ ਰਹੇ ਨੇ, ਕਿ ਸਾਡਾ ਭਾਰਤੀ ਜਨਤਾ ਪਾਰਟੀ ਦੇ ਨਾਲ ਕੋਈ ਲੈਣ ਦੇਣ ਨਹੀਂ, ਕੋਈ ਸਮਝੌਤਾ ਨਹੀਂ ਹੋਵੇਗਾ ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ, ਤਾਂ ਉਹਨਾਂ ਉੱਪਰ ਲਗਾਤਾਰ ਇਲਜ਼ਾਮ ਲੱਗ ਰਹੇ ਸਨ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਰਲੇ ਹੋਏ ਨੇ, ਜਿਸ ਦਾ ਜਵਾਬ ਦਿੰਦੇ ਉਹਨਾਂ ਨੇ ਕਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹ ਰਲੇ ਹੋਏ ਨੇ ਜੀ, ਉਹਨਾਂ ਤੇ ਇਲਜ਼ਾਮ ਲਗਾਏ ਨੇ। ਦੇਖੋ, ਇਹ ਇਲਜ਼ਾਮ ਕੈਪਟਨ ਸਾਹਿਬ ਬਹੁਤ ਦੇਰ ਨਾਲ ਲਾਉਣ ਲੱਗੇ ਨੇ ਜੀ। ਹੋਣਗੇ। ਕੈਪਟਨ ਅਮਰਿੰਦਰ ਸਿੰਘ 4.5 ਸਾਲ ਮੁੱਖ ਮੰਤਰੀ ਰਹੇ ਨੇ ਜੀ। ਹੁਣ ਉਹਨਾਂ ਦਾ ਕਾਂਗਰਸ ਨਾਲ ਲੈਣ ਦੇਣ ਨਹੀਂ, ਭਾਰਤੀ ਜਨਤਾ ਪਾਰਟੀ ਦੇ ਘਦਾੜੇ ਚੜ ਗਏ ਨੇ ਉਹ। ਜੀ। ਉਹ ਕਹਿੰਦੇ ਵੀ ਜਦੋਂ ਸਿਟੀ ਸੈਂਟਰ ਘੁਟਾਲਾ ਸੀ ਤਾਂ ਉੱਥੇ ਇਹਦਾ ਭਰਾ ਜਿਹੜਾ ਸੀਗਾ ਚਰਨਜੀਤ ਚੰਨੀ ਦਾ, ਇਹ ਮਨਮੋਹਨ ਸਿੰਘ, ਇੰਜੀਨੀਅਰ ਮਨਮੋਹਨ ਸਿੰਘ, ਉਹ ਅਹਿਮ ਉਹਦੇ ਤੇ ਵੀ ਕੁਝ ਦੋਸ਼ ਲੱਗਦੇ ਸੀ, ਭ੍ਰਿਸ਼ਟਾਚਾਰ ਦੇ ਵਾਂਗ ਕੋਈ ਸੀ, ਦੋਸ਼ ਸੀ। ਉਹ ਕਹਿੰਦੇ ਉਦੋਂ ਫਿਰ ਵਿਕਰਮ ਸਿੰਘ ਮਜੀਠੀਆ ਜਾਂ ਪਿਛਲੇ ਦਿਨ ਕਹਿੰਦੇ ਸੀ ਵੀ ਮੈਂ ਚੰਨੀ ਸਾਹਿਬ ਦੀ ਮੁਲਾਕਾਤ ਸੁਖਬੀਰ ਸਿੰਘ ਬਾਦਲ ਨਾਲ ਕਰਾਈ ਸੀ। ਤਾਂ ਇਸੇ ਗੱਲ ਨੂੰ ਉੱਪਰ ਚੱਕ ਕੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਹੁਣ ਦੱਸੋ ਵੀ ਮੈਂ ਬਾਦਲਾਂ ਨਾਲ ਰਲਿਆ ਸੀ ਜਾਂ ਚੰਨੀ ਰਲਿਆ ਹੋਇਆ ਸੀ। ਇਹ ਜਿਹੜੀਆਂ ਗੱਲਾਂ ਸੀ ਕੈਪਟਨ ਸਾਹਿਬ ਨੇ ਦੇਰ ਨਾਲ ਕੀਤੀਆਂ, ਪਹਿਲਾਂ ਕਰਨੀਆਂ ਚਾਹੀਦੀਆਂ ਸੀ, ਤੇ ਇਹਦਾ ਸਪਸ਼ਟੀਕਰਨ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੇਣਾ ਚਾਹੀਦਾ। ਲੋਕਾਂ ਦੇ ਵਿੱਚ ਇਹ ਚਰਚਾ ਚੱਲਦੀ ਹੈ ਕਿ ਹਮਾਮ ਦੇ ਵਿੱਚ ਇਹ ਸਾਰੇ ਨੰਗੇ ਨੇ, ਇਹ ਕੋਈ ਇੱਕ ਦੂਜੇ ਤੋਂ ਘੱਟ ਨਹੀਂ, ਕੋਈ ਨਹੀਂ ਕਰਦਾ ਹੈਗਾ। ਸੋ ਉਹ ਅਗਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ, ਇਹ ਹੁਣ ਸਮਾਂ ਦੱਸੇਗਾ ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸਰਕਾਰ ਦੀ, ਤਾਂ ਸਰਕਾਰ ਲਗਾਤਾਰ ਆ ਜਿਹੜੀ ਉਹ ਨਵੇਂ ਐਲਾਨ ਕਰ ਰਹੀ ਹੈ। 2022 ਦੀਆਂ ਜਿਹੜੀਆਂ ਚੋਣਾਂ ਨੇੜੇ ਵੀ ਆ ਰਹੀਆਂ ਨੇ, ਜਿਸ ਨੂੰ ਲੈ ਕੇ ਜਿਹੜਾ ਪੰਜਾਬੀਆਂ ਉੱਤੇ ਸਰਕਾਰ ਮਿਹਰਬਾਨ ਦਿਖਾਈ ਦੇ ਰਹੀ ਹੈ ਜੀ। ਨਹੀਂ, ਦੇਖੋ, ਰੋਜ਼ ਜਿਹੜੇ ਹੈ ਕੋਈ ਨਾ ਕੋਈ ਮਾਮਲੇ ਨੂੰ ਲੈ ਕੇ ਉਹ ਐਲਾਨ ਕਰਦੇ ਨੇ। ਐਲਾਨ ਨਹੀਂ ਕਰਦੇ, ਜਿਹੜੀ ਤੁਸੀਂ ਗੱਲ ਕਰਦੇ ਹੋ 36,000 ਜਿਹੜਾ ਬੰਦਿਆਂ ਨੂੰ ਨੌਕਰੀਆਂ ਤੇ ਲਿਆਉਣਾ ਸੀ, ਉਹਨਾਂ ਦੇ ਵਿੱਚ ਕਹਿੰਦੇ ਆ ਵੀ ਜਿਹੜੀ ਅਧਿਸੂਚਨਾ ਉਹ ਜਾਰੀ ਕਰ ਦਿੱਤੀ ਗਈ ਹੈ ਜੀ। ਸੋ ਉਹਨੂੰ ਹੁਣ ਅਮਲੀ ਜਾਮਾ ਪਹਿਨਾਉਣ ਦਾ ਰਾਹ ਪੱਧਰਾ ਹੋ ਗਿਆ। ਸੋ ਇਹ ਚੰਗੀ ਗੱਲ ਹੈ। ਕੋਈ 1700 ਸ਼ਾਇਦ 3799 ਦੇ ਗ੍ਰੇਡ ਦੇ ਪੇ ਦੇ ਉੱਤੇ ਤੈਅ ਹੋਇਆ ਹੈਗਾ। ਮੁਲਾਜ਼ਮ ਜਥੇਬੰਦੀਆਂ ਇਹਨੂੰ ਕਿੰਨਾ ਕੁ ਅਪਣਾਉਂਦੀਆਂ ਨੇ। ਅੱਜ ਜਦੋਂ ਮੁੱਖ ਮੰਤਰੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਏ ਤਾਂ ਲੱਖਾ ਸਿਧਾਣਾ ਤੇ ਕੁਝ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਦਾ ਘਿਰਾਓ ਕਰਨ ਦਾ ਯਤਨ ਕੀਤਾ ਕਿ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਮੰਨੀਆਂ ਨਹੀਂ ਜਾਂਦੀਆਂ। ਮੈਂ ਅੱਜ ਵੀ ਕਹਿੰਦਾ ਕਿ ਸਿਆਸੀ ਆਗੂਆਂ ਨੇ ਮਖੌਲ ਬਣਾ ਛੱਡਿਆ, ਡਰਾਮਾ ਕਰ ਛੱਡਿਆ। ਇਹ ਜਦੋਂ ਸੱਤਾ 'ਚ ਨਹੀਂ ਹੁੰਦੇ ਤਾਂ ਅਜਿਹੇ ਵਾਅਦੇ ਲੋਕਾਂ ਨਾਲ ਕਰਦੇ ਨੇ ਜਿਨ੍ਹਾਂ ਦਾ ਬਹੁਤ ਮੁਸ਼ਕਲ ਹੁੰਦਾ। ਚਾਦਰ ਤੋਂ ਦੁੱਗਣੇ ਪੈਰ ਬਾਹਰ ਕੱਢ ਕੇ ਗੱਲ ਕਰਦੇ ਨੇ। ਜੇ ਚਾਦਰ ਦੇਖ ਕੇ ਪੈਰ ਨਹੀਂ ਪਸਾਰੋਗੇ ਤਾਂ ਬੰਦਾ ਮਰਨ ਕਰਾਰੇ ਜਾਂਦਾ। ਇਹ ਮੱਦਭਾਗੀ ਗੱਲ ਹੈ ਜੀ। ਸੋ ਸਿਆਸਤਦਾਨ ਨੂੰ
ਪੰਜਾਬ ਦੀ ਵਿੱਤੀ ਸਥਿਤੀ ਨੂੰ ਦੇਖ ਕੇ ਵਾਅਦੇ ਕਰਨੇ ਚਾਹੀਦੇ ਨੇ। ਕੁਝ ਗੱਲਾਂ ਦੇ ਨਾਲ ਮੈਂ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਦੇ ਨਾਲ ਵੀ ਸਹਿਮਤ ਹਾਂ। ਉਹ ਕਹਿੰਦੇ ਵੀ ਐਲਾਨ ਕਰਦੇ ਹੋ, ਪੈਸੇ ਕਿੱਥੋਂ ਲੈ ਕੇ ਆਉਂਗੇ, ਇਹਦਾ ਜੁਗਾੜ ਵੀ ਦੱਸੋ। ਅੱਜ ਤੱਕ ਕੋਈ ਸਰਕਾਰ, ਕੋਈ ਸਿਆਸੀ ਪਾਰਟੀ ਇਹ ਨਹੀਂ ਦੱਸ ਸਕੀ ਕਿ ਜਿਹੜਾ ਅਸੀਂ ਚੋਣ ਮਨੋਰਥ ਪੱਤਰ ਦੇ ਵਿੱਚ ਐਲਾਨ ਕਰਦੇ ਆ ਉਹਦੇ ਵਾਸਤੇ ਸਰਮਾਇਆ ਕਿੱਥੋਂ ਆਏਗਾ। ਸੋ ਇਹ ਲੋਲੀਪੌਪ ਦੇਣੇ ਬੰਦ ਕਰੋ। ਜੇ ਕਰਨਾ ਤਾਂ ਬਕਾਇਦਾ ਉਹਦਾ ਨਾਲ ਹੱਲ ਦੱਸੋ ਕਿ ਲੋਕਾਂ ਦੇ ਟੈਕਸ ਜਾਂ ਲੋਕਾਂ ਤੇ ਕਰਜ਼ੇ ਚੜਾ ਕੇ ਜੇ ਕੰਮ ਕਰਨਾ ਤਾਂ ਇਹ ਮੰਦਭਾਗਾ ਹੈ ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦਾ, ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਨੇ ਉਹ ਜਿਹੜੇ ਪਾਰਟੀ ਛੱਡ ਚੁੱਕੇ ਨੇ, ਤੇ ਚਰਚਾ ਹੁਣ ਇਹ ਵੀ ਚੱਲ ਰਹੀ ਹੈ ਕਿ ਇੱਕ ਹੋਰ ਜਿਹੜੇ ਵਿਧਾਇਕ ਨੇ ਉਹ ਵੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਸਕਦੇ। ਇਹ ਗੱਲਬਾਤ ਚੱਲੀ ਹੈ ਜੀ, ਜਿਹੜੇ ਖਰੜ ਤੋਂ ਵਿਧਾਇਕ ਨੇ ਕਮਰ ਸੰਧੂ ਜੀ, ਕਿਉਂਕਿ ਬੀਬੀ ਰੂਬੀ ਪਹਿਲਾਂ ਹੀ ਕਾਂਗਰਸ ਦੇ ਵਿੱਚ ਜਾ ਚੁੱਕੀ ਹੈ, ਕਈ ਇਸ ਤੋਂ ਪਹਿਲਾਂ ਚੱਲ ਗਏ ਸੀਗੇ, ਜਿਹਦੇ ਵਿੱਚੋਂ ਸੁਖਪਾਲ ਖਹਿਰਾ, ਨਾਜਰ ਸਿੰਘ ਮਾਨਸਈਆ ਜੀ, ਪਿਰਮਲ ਸਿੰਘ ਵਗੈਰਾ ਵਗੈਰਾ ਜੀ, ਲਗਭਗ 10 ਦੇ ਕਰੀਬ ਇਹ ਹੋ ਗਏ ਨੇ। HS ਫੂਲਕਾ ਛੱਡ ਕੇ ਪਾਸੇ ਹੋ ਗਏ। ਸੋ ਹੁਣ ਇਹ ਚਰਚਾ ਚੱਲੀ ਹੈ, ਇਹਨਾਂ ਨੇ ਕਾਹਲੀ ਦੇ ਵਿੱਚ ਕੁਝ ਟਿਕਟਾਂ ਵੀ ਐਲਾਨਤੀਆਂ ਸੀ ਕਿ ਆ ਲਓ ਜੀ ਅਸੀਂ ਟਿਕਟਾਂ ਐਲਾਨਤੀਆਂ ਆਮ ਆਦਮੀ ਪਾਰਟੀ ਨੇ, ਪਰ ਕੁਝ ਜਿਵੇਂ ਜਗਤਾਰ ਸਿੰਘ ਜੱਗਾ ਹਿੱਸੋਵਾਲ ਰਾਏਕੋਟ ਵਾਲੇ, ਉਹਨਾਂ ਦੀ ਵੀ ਆਲਮੋਸਟ ਤਿਆਰੀ ਪੂਰੀ ਹੋਈ ਹੈ, ਲੱਗਦੀ ਹੈ ਕਿ ਉਹ ਦੂਜੇ ਪਾਸੇ ਜਾਣਗੇ। ਸੋ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਇਹ ਦੱਸੇ ਕਿ ਜੇ ਕੇਂਦਰ ਦੇ ਵਿੱਚ, ਜੇ ਦਿੱਲੀ ਦੇ ਵਿੱਚ ਜਿੱਥੇ ਕੇਂਦਰ ਸਰਕਾਰ ਵੀ ਬੈਠੀ ਹੈ, ਉਹਨਾਂ ਦਾ ਸਰਕਾਰ ਚੱਲਦੀ ਹੈ ਦਿੱਲੀ ਰਾਜ ਦੇ ਵਿੱਚ, ਤਾਂ ਜਿਹੜੇ ਆਗੂ ਇਹਨਾਂ ਦੇ ਨਾਲ ਚੱਲੇ ਸੀ ਪਹਿਲਾਂ, ਪ੍ਰਸ਼ਾਂਤ ਭੂਸ਼ਣ, ਸ਼ਸ਼ੀ ਭੂਸ਼ਣ, ਹੋਰ ਪਤਾ ਨਹੀਂ ਕਿਹੜੇ ਕਿਹੜੇ ਮੈਂ ਕਈ ਵਾਰੀ ਨਾਂ ਲੈਤੇ ਨੇ ਉਹਨਾਂ ਦੇ, ਤਾਂ ਉਹ ਇਕੱਠੇ ਨਹੀਂ ਚੱਲ ਸਕੇ। ਜੋਗਿੰਦਰ ਯਾਦਵ ਹੋਰੀ ਫਿਰ ਪੰਜਾਬ ਦੇ ਵਿੱਚ 4 ਮੈਂਬਰ ਪਾਰਲੀਮੈਂਟ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਬਣੇ। ਅੱਜ ਉਹਨਾਂ 'ਚੋਂ ਭਗਵੰਤ ਮਾਨ ਨੂੰ ਛੱਡ ਕੇ ਕੋਈ ਹੋਰ ਇਹਨਾਂ ਦੇ ਨਾਲ ਨਹੀਂ ਚੱਲ ਸਕਿਆ। ਤਿੰਨੇ ਅੱਡੋ ਅੱਡ ਨੇ, ਡਾਕਟਰ ਧਰਮਵੀਰ ਗਾਂਧੀ ਹੋਣ, ਹਰਿੰਦਰ ਖਾਲਸਾ ਹੋਣ, ਜਿਹੜੇ ਆ ਇੱਥੋਂ ਵਾਲੇ ਸੀਗੇ ਫਤਿਹਗੜ੍ਹ ਸਾਹਿਬ ਵਾਲੇ, ਡਾਕਟਰ ਗਾਂਧੀ, ਹਰਿੰਦਰ ਖਾਲਸਾ, ਤੇ ਇੱਕ ਇਹਨਾਂ ਦੇ MP ਹੋਰ ਬਣੇ ਸੀ, ਉਹ ਹੈ ਜੀ ਸੁੱਚਾ ਸਿੰਘ, ਨਹੀਂ ਸੁੱਚਾ ਸਿੰਘ ਛੋਟੇਪੁਰ MP ਨਹੀਂ ਬਣੇ ਸੀਗੇ, ਉਹ MP ਹੋਰ ਸੀ ਇਹਨਾਂ ਦੇ, ਜਿਹੜੇ ਅੱਜ ਇਹਨਾਂ ਦੇ ਨਾਲ ਨਹੀਂ ਚੱਲ ਰਹੇ। ਇਹ ਸੋਚਣ ਵਾਲੀ ਗੱਲ ਹੈ ਕਿ ਜੇ ਉਹ ਬੰਦੇ ਨਾਲ ਨਹੀਂ ਚੱਲਦੇ ਤਾਂ ਕਾਰਨ ਕੀ ਹੈ ਜੀ। ਇਸ ਕਾਰਨ ਕਰਕੇ ਜਿਹੜਾ ਹੈਗਾ ਫਿਰ ਵਿਧਾਇਕ 20 ਦੇ ਕਰੀਬ ਇਹਨਾਂ ਦੇ ਵਿਧਾਇਕ ਆਏ। ਉਹ ਜਿਹੜੇ 20 ਵਿਧਾਇਕ ਸੀਗੇ, ਉਹ 20 ਵਿਧਾਇਕ ਵੀ ਇਹਨਾਂ ਦੇ ਨਾਲ ਨਹੀਂ ਚੱਲ ਸਕੇ। 10 ਵਿਧਾਇਕ ਪਾਸੇ ਹੋਏ ਫਿਰਦੇ ਨੇ। ਤਾਂ ਕੇਜਰੀਵਾਲ ਸਾਹਿਬ ਇਹ ਤਾਂ ਦੱਸਣ ਕਿ ਉਹਨਾਂ ਨੂੰ ਛੱਡ ਕੇ ਲੋਕ ਕਿਉਂ ਪਾਸੇ ਤੇ ਜਾ ਰਹੇ ਨੇ। ਸੋ ਅੱਜ ਦੀ ਸਥਿਤੀ ਕੇਜਰੀਵਾਲ ਸਾਹਿਬ ਦੀ ਆਪਣੀ ਹੀ ਹਾਸੋਹੀਣੀ ਬਣੀ ਹੋਈ ਹੈ ਜੀ। ਇਸ ਤੋਂ ਇਲਾਵਾ ਇੱਕ ਗੱਲ ਕੀਤੀ ਜਾਵੇ ਅਰਵਿੰਦ ਕੇਜਰੀਵਾਲ ਦੀ, ਕਿਹਾ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਦੇ ਲਈ ਕੋਈ ਵੀ ਵਾਅਦਾ ਜਿਹੜਾ ਉਹ ਪੂਰਾ ਕਰਨਾ ਔਖਾ ਨਹੀਂ ਹੈ। ਇਹ ਮਨੀਸ਼ ਸਿਸੋਦੀਆ ਕਹਿੰਦੇ ਨੇ ਜੀ। ਨਹੀਂ, ਮਨੀਸ਼ ਸਿਸੋਦੀਆ ਕਹਿੰਦੇ ਨੇ ਉਹ ਕਿਹੜਾ ਵਾਅਦਾ ਜਿਹੜਾ ਉਹ ਕਹਿੰਦੇ ਔਖਾ ਨਹੀਂ ਹੈਗਾ ਜੀ। ਤੁਸੀਂ ਆਪਦੀ ਦਿੱਲੀ ਦੀ ਗੱਲ ਦਿੱਲੀ ਤੱਕ ਸੀਮਿਤ ਰੱਖੋ। ਜਿਹੜਾ ਪੰਜਾਬ ਦਾ ਤੇ ਦਿੱਲੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ, ਠੀਕ ਹੈ। ਜਦੋਂ ਤੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ, ਉਸ ਵੇਲੇ ਤੋਂ ਇਹਨਾਂ ਦੇ ਵਿੱਚ ਕਾਫੀ ਜਿਹੜਾ ਹੈਗਾ ਅੰਤਰ ਨਜ਼ਰ ਆਉਣ ਲੱਗਿਆ, ਕਿਉਂਕਿ ਚੰਨੀ ਹੋਰਾਂ ਨੇ ਜੋ ਕੰਮ ਕਰਨੇ ਸ਼ੁਰੂ ਕੀਤੇ ਨੇ, ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਮਲੀ ਜਾਮਾ ਪਹਿਨਾਉਣ। ਜੇ ਉਹ ਅਮਲੀ ਜਾਮਾ ਨਾ ਪਹਿਨਾਇਆ ਗਿਆ ਤਾਂ ਬਾਕੀ ਦਲਾਂ ਵਾਂਗੂ ਚੰਨੀ ਸਾਹਿਬ ਨਾਲ ਵੀ ਲੋਕ ਉਹੀ ਕੁਛ ਕਰ ਦੇਣਗੇ। ਸੋ ਜਿਹੜੇ ਸਭ ਜਵਾਬ ਅਰਵਿੰਦ ਕੇਜਰੀਵਾਲ ਨੇ ਇੱਥੇ ਆ ਕੇ ਦਿਖਾਏ ਸੀ, ਉਹਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਸਰਕਾਰ ਨੇ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਇਹਨਾਂ ਕੋਲ ਉਹ ਸਵਾਲਾਂ ਦੇ ਜਵਾਬ ਨਹੀਂ ਹੈਗੇ। ਸੋ ਇਹ ਕਹਿਣਾ ਸਿਸੋਦੀਆ ਸਾਹਿਬ ਦਾ ਕਿ ਕੇਜਰੀਵਾਲ ਸਾਹਿਬ ਕਰ ਦਿੰਦੇ ਆ ਜੋ ਕਹਿੰਦੇ ਆ ਕਰ ਦਿੰਦੇ ਆ। ਪਹਿਲਾਂ ਤੁਸੀਂ ਪੰਜਾਬ ਦੇ ਨਾਲੋਂ ਦਿੱਲੀ ਦੇ ਵਿੱਚ ਡੀਜ਼ਲ ਤੇ ਪੈਟਰੋਲ ਦੀ ਕੀਮਤ ਘੱਟ ਕਰੋ, ਫਿਰ ਦੱਸਿਓ ਜੀ। ਧੰਨਵਾਦ ਜੀ। ਇਹ ਸਨ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦੇ 'ਤੇ ਚਰਚਾ ਕੀਤੀ। ਹੁਣ ਦੇਖਣਾ ਹੋਵੇਗਾ ਕਿ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ 2022 ਦੀਆਂ ਚੋਣਾਂ ਨੂੰ ਲੈ ਕੇ ਅੱਡੀ ਚੋਟੀ ਦੀਆਂ ਜ਼ੋਰ ਲਗਾ ਰਹੀਆਂ ਨੇ। ਹੁਣ ਦੇਖਣਾ ਹੋਵੇਗਾ ਕਿ ਲੋਕ ਕਿਸ ਉੱਪਰ ਵਿਸ਼ਵਾਸ ਕਰਦੇ ਨੇ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।